ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ ਵਿੱਚ ਤੁਹਾਡਾ ਸਭਨਾ ਦਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਤਮਿਕ ਯੁੱਧ ਦੇ ਵਿਸ਼ੇ ਦੇ ਉੱਤੇ ਅਧਿਐਨ ਕਰਦੇ ਆ ਰਹੇ ਹਾਂ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਤਮਿਕ ਯੁੱਧ ਦੇ ਬਾਰੇ ਆਪਣੀ ਸਿੱਖਿਆ ਅਸੀਂ ਅੱਜ ਵੀ ਜਾਰੀ ਰੱਖਾਂਗੇ। ਹੁਣ ਤੱਕ ਅਸੀਂ ਸਿੱਖਿਆ ਕਿ ਬਹੁਤ ਸਾਰੇ ਮਸੀਹੀ ਵਿਸ਼ਵਾਸੀ ਹੁਣ ਇਸ ਵਿਸ਼ੇ ਨੂੰ ਢੁਕਵਾਂ ਨਹੀਂ ਸਮਝਦੇ, ਪਰ ਆਤਮਿਕ ਯੁੱਧ ਵਾਸਤਵਿਕ ਹੈ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਸੰਤ ਪੌਲਸ ਕਹਿੰਦੇ ਹਨ ਕਿ ਸ਼ੈਤਾਨ ਝੂਠ ਦਾ ਪਿਤਾ ਹੈ। ਉਹ ਝੂਠਾ ਹੈ ਅਤੇ ਉਹ ਝੂਠ ਬੋਲਣ ਕਰਕੇ ਸਾਨੂੰ ਭਰਮਾਉਂਦਾ ਹੈ। ਉਹ ਸਾਨੂੰ ਅਹਿਸਾਸ ਕਰਵਾਉਂਦਾ ਹੈ ਕਿ ਸਭ ਕੁਝ ਠੀਕ ਠਾਕ ਹੈ, ਪਰ ਸਭ ਕੁਝ ਠੀਕ ਠਾਕ ਨਹੀਂ ਹੈ। ਅਸੀਂ ਇੱਕ ਆਤਮਿਕ ਯੁੱਧ ਵਿੱਚ ਹਾਂ। ਜੇਕਰ ਅਸੀਂ ਆਪਣੀ ਸੁਰੱਖਿਆ ਨਹੀਂ ਕਰਾਂਗੇ ਤਾਂ ਨਾਸ਼ ਹੋ ਜਾਵਾਂਗੇ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਧਰਮ ਦੀ ਸੰਜੋ ਬਾਰੇ ਗੌਰ ਕਰ ਰਹੇ ਸੀ, ਜੋ ਕਿ ਪਰਮੇਸ਼ਰ ਦੇ ਹਥਿਆਰਾਂ ਦੇ ਵਿੱਚੋਂ ਇੱਕ ਹੈ। ਅਸੀਂ ਧਰਮ ਦੀ ਸੰਜੋ ਨੂੰ ਪਹਿਨਣਾ ਬਹੁਤ ਹੀ ਜ਼ਰੂਰੀ ਸਮਝਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਧਰਮ ਦੀ ਸੰਜੋ ਦੇ ਨਾਲ ਜੁੜੀ ਹੋਈ ਮਹੱਤਵਪੂਰਨ ਗੱਲਾਂ ਦੇ ਉੱਤੇ ਗੌਰ ਕਰਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਅਤੇ ਚੱਲਦੇ ਹਾਂ ਡਾਕਟਰ ਡੇਵਿਡ ਜਰਮਾਇਆ ਦੇ ਕੋਲ ਅੱਜ ਦੇ ਵਚਨ ਨੂੰ ਸਿੱਖਣ ਦੇ ਲਈ। ਸਰੋਤਾ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਪ੍ਰੋਗਰਾਮ ਦਾ ਹਿੱਸਾ ਅਸੀਂ ਇਸ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਵਿੱਚ ਬਣੇ ਰਹੋ। ਸਾਨੂੰ ਇਸ ਵਚਨ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਵਿਸ਼ਵਾਸੀ ਹੁੰਦੇ ਹੋਇਆਂ ਸਾਨੂੰ ਧਰਮ ਦੀ ਸੰਜੋ ਪਹਿਨਣੀ ਪੈਣੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਕੋਈ ਭੌਤਿਕ ਚੀਜ਼ ਨਹੀਂ ਹੈ ਜਿਸ ਨੂੰ ਸਾਨੂੰ ਕਰਨਾ ਪੈਣਾ ਹੈ, ਬਲਕਿ ਇਹ ਤਾਂ ਇੱਕ ਆਤਮਿਕ ਹੈ, ਇੱਕ ਚਿੰਨ੍ਹਾਤਮਿਕ ਕੰਮ ਜੋ ਕਿ ਸਾਨੂੰ ਕਰਨਾ ਪੈਣਾ ਹੈ। ਮੈਂ ਆਪ ਨੂੰ ਹਦਾਇਤ ਦੇਣੀ ਚਾਹਾਂਗਾ ਕਿ ਚਿੰਨ੍ਹ ਵਜੋਂ ਧਰਮ ਦੀ ਸੰਜੋ ਨੂੰ ਪਹਿਨਣ ਵਿੱਚ ਪਹਿਲੀਆਂ 4 ਗੱਲਾਂ ਸ਼ਾਮਲ ਸੀ। ਨੰਬਰ 1, ਧਰਮ ਦੀ ਸੰਜੋ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਸਭ ਤੋਂ ਪਹਿਲਾਂ ਇਹ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਮਸੀਹੀ ਹੋ ਜਾਂਦੇ ਹਾਂ ਤਦ ਤੁਰੰਤ ਸਾਨੂੰ ਮਸੀਹ ਦੀ ਧਾਰਮਿਕਤਾ ਦੇ ਨਾਲ ਲੈਸ ਕੀਤਾ ਜਾਣਾ ਹੈ। ਪੌਲੁਸ ਨੇ ਕਰੰਥੀਆਂ ਦੇ ਲੋਕਾਂ ਨੂੰ ਪਹਿਲੀ ਕਰੰਥੀਆਂ ਦੀ ਪੱਤਰੀ 1 ਅਧਿਆਇ ਦੀ 30 ਐਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਪਰ ਉਸ ਤੋਂ ਤੁਸੀਂ ਮਸੀਹ ਯਸੂ ਵਿੱਚ ਹੋ, ਜਿਹੜਾ ਪਰਮੇਸ਼ਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ। ਜੋ ਇਸ ਦਾ ਸਰਲ ਅਰਥ ਹੁੰਦਾ ਹੈ
ਉਹ ਤਾਂ ਇਹੋ ਹੀ ਹੈ ਕਿ ਜਦੋਂ ਯਿਸੂ ਮਸੀਹ ਧਰਤੀ ਉੱਤੇ ਆਏ ਸਨ, ਪਰਮੇਸ਼ਰ ਦੇ ਪੁੱਤਰ ਅਤੇ ਮਨੁੱਖ ਦੇ ਪੁੱਤਰ ਵਜੋਂ ਸੰਪੂਰਨ ਹੋ ਕੇ ਸਲੀਬ ਉੱਤੇ ਗਏ ਅਤੇ ਉਹ ਮੋਏ, ਅਤੇ ਜਦੋਂ ਉਹ ਸਲੀਬ ਉੱਤੋਂ ਲਟਕ ਰਹੇ ਸਨ, ਤਦ ਦੋ ਮੁੱਖ ਗੱਲਾਂ ਵਰਪੀਆਂ ਸਨ। ਇਹ ਸਭ ਤੋਂ ਮਹਾਨ ਬਦਲ ਸੀ ਜੋ ਕਿ ਜਗਤ ਦੇ ਇਤਿਹਾਸ ਵਿੱਚ ਕਦੇ ਵੀ ਬੀਤਿਆ ਹੋਵੇ। ਉਸ ਵਕਤ ਯਿਸੂ ਮਸੀਹ ਨੇ ਸਾਡੇ ਪਾਪ ਨੂੰ ਆਪਣੇ ਉੱਤੇ ਲੈ ਲਿਆ ਸੀ, ਉਹ ਸਾਡੀ ਖਾਤਰ ਪਾਪ ਬਣਿਆ। ਬਾਈਬਲ ਆਖਦੀ ਹੈ ਕਿ ਜਦੋਂ ਅਸੀਂ ਆਪਣਾ ਭਰੋਸਾ ਅਨੰਤ ਜੀਵਨ ਵਾਸਤੇ ਉਸ ਵਿੱਚ ਕਰਦੇ ਹਾਂ, ਤਦ ਉਹ ਸਿਰਫ ਸਾਡੇ ਪਾਪਾਂ ਨੂੰ ਹੀ ਮਾਫ ਨਹੀਂ ਕਰਦਾ, ਬਲਕਿ ਉਹ ਤਾਂ ਆਪਣੀ ਧਾਰਮਿਕਤਾ ਸਾਨੂੰ ਦਿੰਦਾ ਹੈ ਅਤੇ ਅਸੀਂ ਯਿਸੂ ਮਸੀਹ ਵਿੱਚ ਪੂਰਨ ਤੌਰ ਤੇ ਧਰਮੀ ਬਣ ਜਾਂਦੇ ਹਾਂ। ਹੁਣ ਮੈਂ ਆਪ ਨੂੰ ਕੁਝ ਦੱਸਾਂਗਾ ਜੋ ਕਿ ਇਸ ਜਗਤ ਵਿੱਚ ਕਦੇ ਵੀ ਜਾਣਿਆ ਗਿਆ ਹੋ। ਸਭ ਤੋਂ ਮਹਾਨ ਸੌਦਾ ਹੈ ਆਪਣੇ ਪਾਪਾਂ ਨੂੰ ਦੇਣਾ ਅਤੇ ਮਸੀਹ ਦੀ ਧਾਰਮਿਕਤਾ ਨੂੰ ਉਸ ਦੇ ਬਦਲੇ ਪਾਉਣਾ। ਮੈਂ ਕਦੇ ਵੀ ਇਸ ਨੂੰ ਨਹੀਂ ਸੀ ਸਮਝ ਸਕਿਆ ਕਿ ਲੋਕੀ ਕਿਉਂ ਇਸ ਨੂੰ ਠੁਕਰਾ ਦਿੰਦੇ ਹਨ। ਇਹ ਸਭ ਤੋਂ ਮਹਾਨ ਮੌਕਾ ਹੈ ਜੋ ਕਦੇ ਵੀ ਕਿਸੇ ਨੇ ਨਹੀਂ ਪਾਇਆ ਹੋਵੇ, ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣਾ ਅਤੇ ਮਸੀਹ ਦੀ ਧਾਰਮਿਕਤਾ ਨੂੰ ਆਪ ਦੇ ਵਿੱਚ ਜੋੜਿਆ ਜਾਣਾ। ਇਹੋ ਹੀ ਉਹ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਸੁਣਦੇ ਅਤੇ ਪੜ੍ਹਦੇ ਹਾਂ, ਅਤੇ ਇਸ ਕਰਕੇ ਪੌਲੁਸ ਲਿਖ ਸਕਿਆ। ਪੌਲੁਸ ਨੇ ਆਖਿਆ ਸੀ, ਮੈਂ ਇਸ ਵਿੱਚ ਪਾਇਆ ਜਾਵਾਂਗਾ ਆਪਣੇ ਖੁਦ ਦੇ ਧਰਮ ਦੇ ਕਰਕੇ ਨਹੀਂ ਜੋ ਕਿ ਸ਼ਰਾਂ ਤੋਂ ਹੈ, ਲੇਕਿਨ ਉਸ ਤੋਂ ਜੋ ਮਸੀਹ ਵਿੱਚ ਨੇਚਾ ਦੇ ਰਾਹੀਂ, ਉਹ ਧਰਮ ਜੋ ਨੇਚਾ ਦੁਆਰਾ ਪਰਮੇਸ਼ਰ ਤੋਂ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਆਪ ਧਰਮ ਦੀ ਸੰਜੋ ਨੂੰ ਪਹਿਨਦੇ ਹੋ, ਤਦ ਸਭ ਤੋਂ ਪਹਿਲਾਂ ਇਹ ਇਸ ਅਸਲੀਅਤ ਦਾ ਚਿੰਨ੍ਹ ਹੈ ਕਿ ਆਪ ਮਸੀਹ ਦੀ ਧਾਰਮਿਕਤਾ ਦੇ ਦੁਆਰਾ ਸੁਰੱਖਿਅਤ ਕੀਤੇ ਗਏ ਹੋ। ਜਦੋਂ ਇਹ ਪੁਰਾਣਾ ਦੋਸ਼ ਲਾਉਣ ਵਾਲਾ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਸਵਰਗ ਵਿੱਚ ਜਾਂਦਾ ਹੈ, ਅਤੇ ਬਾਈਬਲ ਆਖਦੀ ਹੈ ਕਿ ਇਹ ਉਹੀ ਹੈ ਜੋ ਉਹ ਕਰਦਾ ਹੈ, ਉਹ ਦੋਸ਼ ਲਾਉਣ ਵਾਲਾ ਪ੍ਰਕਾਸ਼ ਦੀ ਪੋਥੀ 12 ਅਧਿਆਇ ਵਿੱਚ ਸਵਰਗ ਤੋਂ ਹੇਠਾਂ ਬਾਹਰ ਸੁੱਟਿਆ ਗਿਆ ਹੈ। ਉਦੋਂ ਤੱਕ ਉਹ ਉੱਥੇ ਸਾਡੇ ਤੇ ਦੋਸ਼ ਲਗਾ ਰਿਹਾ ਹੈ। ਜਦੋਂ ਵੀ ਹਰ ਵਾਰ ਉਹ ਮੌਕਾ ਪਾਉਂਦਾ ਹੈ, ਉਹ ਪ੍ਰਭੂ ਕੋਲ ਨੂੰ ਭੱਜਦਾ ਹੈ ਅਤੇ ਆਖਦਾ ਹੈ ਕਿ ਆਪਨੇ ਜ਼ਰਮੀਆਂ ਨੂੰ ਵੇਖਿਆ ਸੀ, ਮੈਨੂੰ ਪ੍ਰਭੂ ਜੀ ਉਸ ਦੇ ਬਾਰੇ ਆਪ ਨੂੰ ਦੱਸਣ ਦਿਓ। ਅਤੇ ਪ੍ਰਭੂ ਆਖਦਾ ਹੈ, ਨਹੀਂ, ਮੈਂ ਜ਼ਰਮੀਆਂ ਨੂੰ ਉਸ ਤਰ੍ਹਾਂ ਨਹੀਂ ਵੇਖਦਾ ਜਿਸ ਤਰ੍ਹਾਂ ਤੂੰ ਵੇਖਦਾ ਹੈ। ਮੈਂ ਉਸ ਨੂੰ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਤੱਕਦਾ ਹਾਂ, ਅਤੇ ਜਦੋਂ ਮੈਂ ਜ਼ਰਮੀਆਂ ਵੱਲ ਤੱਕਦਾ ਹਾਂ, ਤਦ ਮੈਂ ਇੱਕ ਧਰਮੀ ਜ਼ਰਮੀਆਂ ਨੂੰ ਦੇਖਦਾ ਹਾਂ। ਇਹ ਪਰਮੇਸ਼ਰ ਦੀ ਵਡਿਆਈ ਆਪ ਦੇ ਦੁਆਰਾ ਕੀਤੇ ਜਾਣ ਦੇ ਲਈ ਕਾਫੀ ਹੈ। ਜੇਕਰ ਹੋ ਕੁਝ ਵੀ ਇਸ ਤਰ੍ਹਾਂ ਨਾ ਹੋਵੇ, ਇਹ ਮੇਰਾ ਸ਼ਸਤਰ ਹੈ। ਮੈਨੂੰ ਸ਼ੈਤਾਨ ਦੇ ਮੇਰੇ ਉੱਤੇ ਦੋਸ਼ ਲਾਉਣ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਜਦੋਂ ਪ੍ਰਭੂ ਮੇਰੇ ਵੱਲ ਤੱਕਦਾ ਹੈ, ਤਦ ਉਹ ਮਸੀਹ ਅਤੇ ਇਸ ਦੀ ਧਾਰਮਿਕਤਾ ਨੂੰ ਤੱਕਦਾ ਹੈ। ਇਸ ਤਰ੍ਹਾਂ ਇਹ ਅਹੁਦੇ ਵਜੋਂ ਪਾਈ ਜਾਣ ਵਾਲੀ ਧਾਰਮਿਕਤਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਇਹ ਇੱਕ ਮਹਾਨ ਸੱਚਾਈ ਹੈ ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਆਪਣੇ ਹੀ ਅਹੁਦੇ ਲੈਂਦੇ ਹਨ ਅਤੇ ਆਪਣੇ ਅਹੁਦੇ ਨੂੰ ਤਾਂ ਲੈਂਦੇ ਹਨ, ਅਤੇ ਅਸੀਂ ਆਪਣੇ ਵਿਵਹਾਰ ਬਾਰੇ ਬਹੁਤ ਘੱਟ ਕਰਦੇ ਹਾਂ। ਕਿਸੇ ਨੇ ਇੱਕ ਵਾਰ ਮੇਰੇ ਕੋਲ ਪੁੱਛਿਆ ਸੀ ਕਿ ਸ਼ੁੱਧੀਕਰਨ ਦੀ ਪਰਿਭਾਸ਼ਾ ਕੀ ਹੈ। ਆਪਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਇੱਕ ਛੋਟੀ ਜਿਹੀ ਨੇਕ ਗਵਾਹੀ ਨੂੰ ਸੁਣਿਆ ਸੀ। ਮੈਂ ਬਚਾਇਆ ਗਿਆ ਸੀ ਅਤੇ ਸ਼ੁੱਧ ਕੀਤਾ ਗਿਆ ਹਾਂ, ਅਤੇ ਸੰਤੁਸ਼ਟ ਹਾਂ ਕਿ ਕੁਝ ਵੀ ਹੋਵੇ, ਅਤੇ ਆਪ ਹਮੇਸ਼ਾ ਹੈਰਾਨ ਹੁੰਦੇ ਹੋ ਕਿ ਸ਼ੁੱਧ ਕੀਤੇ ਜਾਣ ਦਾ ਅਰਥ ਕੀ ਹੁੰਦਾ ਹੈ। ਮੈਂ ਹਮੇਸ਼ਾ ਹੀ ਇਹ ਸੋਚਿਆ ਸੀ, ਇਹ ਹਮੇਸ਼ਾ ਹੀ ਇੱਕ ਕਿਸਮ ਦੀ ਦੂਸਰੀ ਬਰਕਤ ਜਾਂ ਕੁਝ ਹੋਰ ਹੁੰਦਾ ਹੈ। ਮੈਂ ਇਹ ਪਾਇਆ ਜਿਉਂ-ਜਿਉਂ ਮੈਂ ਬਾਈਬਲ ਦਾ ਅਧਿਐਨ ਕੀਤਾ, ਜੋ ਸ਼ੁੱਧੀਕਰਨ ਹੈ। ਹੁਣ ਧਿਆਨ ਨਾਲ ਇਸ ਨੂੰ ਸੁਣੋ, ਹਰ ਇੱਕ ਨੂੰ ਸਮਝ ਸਕਦਾ ਹੈ। ਅਸੀਂ ਸਾਰੇ ਇਸ ਨੂੰ ਹਥਿਆ ਸਕਦੇ ਹਾਂ। ਸ਼ੁੱਧੀਕਰਨ ਉਸ ਦੇ ਬਾਰੇ ਉਸ ਤਰ੍ਹਾਂ ਦਾ ਵਿਵਹਾਰ ਵਿੱਚ ਆਉਣਾ ਹੈ ਜੋ ਕਿ ਅਸੀਂ ਪਹਿਲਾਂ ਹੀ ਉਹਦੇ ਵਿੱਚੋਂ ਜਿਸ ਵਿੱਚ ਹਾਂ, ਇਹੋ ਹੀ ਇਸ ਦਾ ਅਰਥ ਹੁੰਦਾ ਹੈ। ਦੂਸਰਾ ਨੰਬਰ, ਧਰਮ ਦੀ ਸੰਜੋ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਬਹੁਤ ਸਾਰੇ ਮਸੀਹਾਂ ਦੇ ਨਾਲ ਸਮੱਸਿਆਵਾਂ ਇਹ ਹੈ ਕਿ ਉਹ ਅਹੁਦੇ ਦੇ ਸੰਬੰਧਿਤ ਸ਼ਸਤਰ ਪਹਿਨਣ ਦੀ ਖੁਆਇਸ਼ ਰੱਖਦੇ ਹਨ। ਜੋ ਮੈਂ ਸੋਚਦਾ ਹਾਂ, ਉਹ ਸ਼ਸਤਰ ਅੰਦਰੂਨੀ ਤੌਰ ਤੇ ਹੈ। ਉਹ ਸ਼ਸਤਰ ਦੇ ਬਾਹਰ ਨੂੰ ਪਹਿਨਣ ਦੀ ਖੁਆਇਸ਼ ਨਹੀਂ ਰੱਖਦੇ, ਕਿਉਂਕਿ ਉਹ ਦੂਸਰੇ ਸ਼ਸਤਰ ਦਾ ਜੋ ਬਾਹਰੀ ਹਿੱਸਾ ਹੈ, ਉਹ ਸ਼ਸਤਰ ਸਿਰਫ ਮਸੀਹ ਦੀ ਧਾਰਮਿਕਤਾ ਦਾ ਹੀ ਚਿੰਨ੍ਹ ਨਹੀਂ ਹੈ, ਬਲਕਿ ਇਹ ਤਾਂ ਮਸੀਹ ਦੀ ਧਾਰਮਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਹ ਇੱਕ ਮੁਬਾਰਕ ਸਚਾਈ ਹੈ ਕਿ ਮਸੀਹ ਸਾਡੀ ਧਾਰਮਿਕਤਾ ਹੈ, ਪਰ ਸਾਡੇ ਵਿੱਚੋਂ ਬਹੁਤ ਸਾਰੇ ਇਸ ਅਹੁਦੇ ਦੇ ਵਜੋਂ ਹੀ ਲੈਂਦੇ ਹਨ, ਅਤੇ ਅਸੀਂ ਵਿਵਹਾਰਿਕ ਤੌਰ ਤੇ ਬਹੁਤ ਥੋੜ੍ਹੇ ਜਿਹੇ ਇਸ ਨੂੰ ਕਰਦੇ ਹਾਂ, ਅਤੇ ਬੇਪਰਵਾਹ ਸੰਸਾਰਿਕ ਅਤੇ ਮੂਰਖ ਮਸੀਹੀ ਜੀਵਨ ਜਿਉਂਦੇ ਹਾਂ। ਅਤੇ ਇਸ ਤਰ੍ਹਾਂ ਆਖਦਿਆਂ ਅਸੀਂ ਆਪਣੇ ਜ਼ਮੀਰ ਨੂੰ ਸੁਆਦ ਦਿੰਦੇ ਹਾਂ, ਜੀ ਹਾਂ, ਪਰਮੇਸ਼ਰ ਦੇ ਸਨਮੁਖ ਅਸੀਂ ਮਸੀਹ ਦੀ ਤਰ੍ਹਾਂ ਹੀ ਧਰਮੀ ਹਾਂ। ਜੇਕਰ ਅਸੀਂ ਮਸੀਹ ਵਿੱਚ
ਉੱਪਰ ਧਰਮੀ ਹਾਂ, ਤਦ ਉਹ ਇੱਥੇ ਧਰਤੀ ਉੱਤੇ ਹੀ ਹੇਠਾਂ ਸਾਡੇ ਅੰਦਰ ਧਰਮੀ ਹੋਣਾ ਚਾਹੁੰਦਾ ਹੈ। ਇਹ ਤਾਂ ਮੰਦਭਾਗਾ ਕਾਰੋਬਾਰ ਹੈ ਕਿ ਆਪਣੇ ਰਾਹੇ ਸਰੀਰ ਦੇ ਪਿੱਛੇ ਲੱਗ ਜਾਈਏ ਅਤੇ ਫਿਰ ਇਹ ਭਜਨ ਗਾਉਣਾ ਕਿ ਸਿਆਸਨ ਦੇ ਅੱਗੇ ਮੈਂ ਬੇਕਸੂਰ ਖੜਾ ਹਾਂ। ਅਸੀਂ ਇਸ ਵਿੱਚ ਵੱਡਾ ਮਹਾਨ ਦਿਲਾਸਾ ਪਾਉਂਦੇ ਹਾਂ, ਪਰ ਸਾਡਾ ਖੜੇ ਹੋਣਾ ਸਾਡੀ ਹਾਲਤ ਦੇ ਵਿੱਚ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਸਾਡਾ ਜੋ ਅਹੁਦਾ ਹੈ ਉਹ ਸਾਡੇ ਵਿਵਹਾਰ ਦੇ ਵਿੱਚ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਸਾਡੇ ਜੀਵਨ ਦੇ ਹਰੇਕ ਦਿਨ ਸਾਨੂੰ ਆਪਣੇ ਉਦੇਸ਼ ਨੂੰ ਸਾਡਾ ਪਹਿਲਾ ਉਦੇਸ਼ ਬਣਾਉਣਾ ਚਾਹੀਦਾ ਹੈ ਕਿ ਮੈਂ ਇਸ ਵਿਵਹਾਰ ਵਿੱਚ ਹੋਣ ਦੀ ਖੁਆਇਸ਼ ਰੱਖਦਾ ਹਾਂ, ਜੋ ਕਿ ਮੈਂ ਪਹਿਲਾਂ ਹੀ ਅਹੁਦੇ ਵਜੋਂ ਜਿਸ ਵਿੱਚ ਹਾਂ। ਹਰ ਰੋਜ਼ ਮੈਂ ਮਸੀਹ ਵਿੱਚ ਧਰਮੀ ਹੋਣ ਦੀ ਖੁਆਇਸ਼ ਰੱਖਦਾ ਹਾਂ। ਇਸ ਕਰਕੇ ਜਦੋਂ ਅਸੀਂ ਆਪਣੀਆਂ ਬਾਈਬਲਾਂ ਨੂੰ ਖੋਲ੍ਹਦੇ ਹਾਂ, ਜਿੱਥੇ ਕਿ ਬਾਈਬਲ ਬਾਣੀ ਦੇ ਇਸ ਭਾਗ ਨੂੰ ਲਿਖਿਆ ਹੋਇਆ ਹੈ, ਤਦ ਅਸੀਂ ਪਰਮੇਸ਼ਰ ਦੇ ਨਾਲ ਕਿਕ ਹੋਣ ਦੇ ਬਾਰੇ ਗੱਲ ਕਰ ਰਹੇ ਹਾਂ, ਭਾਵ ਧਰਮੀ ਪਵਿੱਤਰ ਜੀਵਨ ਜਿਉਣਾ। ਧਰਮ ਸੰਜੋ ਸਾਡੀ ਹੈ ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਉਸੇ ਤਰ੍ਹਾਂ ਜਿਉਂਦੇ ਹਾਂ ਜਿਵੇਂ ਕਿ ਅਸੀਂ ਉਸ ਨੂੰ ਸਮਝਦੇ ਹਾਂ। ਅਸੀਂ ਸ਼ੈਤਾਨ ਦੇ ਪ੍ਰਤਿਆਵਿਆਂ ਦੇ ਅੱਗੇ ਖੜ ਸਕਦੇ ਹਾਂ ਜਦੋਂ ਉਸ ਦੇ ਅੱਗੇ ਪ੍ਰਤਿਆਵੇ ਵਿੱਚ ਜਾਓ, ਜੇਕਰ ਅਸੀਂ ਜਾਣਦੇ ਹੋਈਏ ਕਿ ਅਸੀਂ ਧਰਮੀ ਜੀਵਨ ਜੀ ਰਹੇ ਹਾਂ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਧਾਰਮਿਕਤਾ ਪਹਿਨਣੀ ਪੈਣੀ ਹੈ। ਆਪਣੀਆਂ ਬਾਈਬਲਾਂ ਵਿੱਚ ਜੇਕਰ ਆਪਨੇ ਅਜੇ ਵੀ ਇਫਸੀਆਂ ਦੀ ਪੱਤਰੀ 3 ਤੋਂ 4 ਅਧਿਆਇ ਨੂੰ ਖੋਲ੍ਹਿਆ ਹੋਇਆ ਹੈ, ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਧਾਰਮਿਕਤਾ ਪਹਿਨਣੀ ਪੈਣੀ ਹੈ। 4 ਅਧਿਆਇ ਉਸ ਦੀ 24 ਐਤ ਦੇ ਵਚਨ ਸਾਨੂੰ ਇਸ ਤਰ੍ਹਾਂ ਆਖਦੇ ਹਨ, ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਦੇ ਧਰਮ ਅਤੇ ਪਵਿੱਤਰਤਾਈ ਦੇ ਵਿੱਚ ਉਤਪਤ ਹੋਈ ਹੈ। ਹੁਣ ਇਹ ਇਸ ਤਰ੍ਹਾਂ ਨਹੀਂ ਆਖਦਾ ਕਿ ਪਰਮੇਸ਼ਰ ਦੇ ਦੁਆਰਾ ਆਪ ਦੇ ਪਹਿਨਣ ਦੀ ਇੰਤਜ਼ਾਰ ਕਰੋ, ਉਸ ਤੋਂ ਪਾਉਣ ਤੱਕ ਤੁਸੀਂ ਇੱਧਰ ਉੱਧਰ ਖੜੇ ਰਹੋ। ਇਸ ਤਰ੍ਹਾਂ ਨਾ ਲਓ ਕਿ ਇਹ ਕੀਤਾ ਜਾ ਚੁੱਕਾ ਹੈ। ਉਹ ਆਖਦਾ ਹੈ ਮੈਂ ਆਪ ਉਸ ਨੂੰ ਪਹਿਨ ਲਓ, ਤੁਸੀਂ ਇਸ ਨੂੰ ਪਹਿਨ ਲਓ। ਦੂਸਰੇ ਸ਼ਬਦਾਂ ਵਿੱਚ ਪਵਿੱਤਰ ਜੀਵਨ ਜੀਓ, ਉਸ ਤਰ੍ਹਾਂ ਜੀਣਾ ਵਿਵਹਾਰ ਵਿੱਚ ਸ਼ੁਰੂ ਕਰੋ ਜਿਵੇਂ ਕਿ ਆਪ ਪਹਿਲਾਂ ਹੀ ਅਹੁਦੇ ਪਾ ਚੁੱਕੇ ਹੋ। ਜਦੋਂ ਅਸੀਂ ਸਵਰਗ ਵਿੱਚ ਜਾਵਾਂਗੇ ਤਦ ਸਾਨੂੰ ਬਸਤਰ ਪਹਿਨਾਏ ਜਾਣ ਵਾਲੇ ਹਨ। ਅਸੀਂ ਆਪਣੀ ਧਾਰਮਿਕਤਾ ਨੂੰ ਪਹਿਨਣ ਵਾਲੇ ਹਾਂ। ਇਹੋ ਹੀ ਹੈ ਜੋ ਬਾਈਬਲ ਆਖਦੀ ਹੈ। ਕਿਸੇ ਸਾਨੂੰ ਆਪਣੇ ਧਰਮੀ ਜੀਵਨ ਦੇ ਸਫੇਦ ਕੱਪੜਿਆਂ ਦੇ ਪਹਿਨਿਆ ਜਾਣ ਵਾਲਾ ਹੈ। ਮੈਂ ਆਖਿਆ ਹੈ ਕੁਝ ਮਸੀਹਾਂ ਦੇ ਲਈ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਇਹ ਤਾਂ ਇੱਕ ਅਣਸੁਖਣਾ ਦਿਖਾਵਾ ਹੀ ਹੋਣ ਜਾ ਰਿਹਾ ਹੈ। ਆਪ ਗੌਰ ਕਰੋ, ਜੇਕਰ ਅਸੀਂ ਧਰਮੀ ਜੀਵਨ ਨਹੀਂ ਜਿਉਂਦੇ ਤਦ ਅਸੀਂ ਧਰਮ ਦੀ ਸੰਜੋ ਵਿੱਚ ਹੋ ਕੇ ਧਰਮ ਦੀ ਸੰਜੋ ਦੇ ਇਸ ਵਸਤਰ ਪਾਉਣ ਵਜੋਂ ਨਹੀਂ ਜੀ ਰਹੇ ਹਾਂ ਜੋ ਕਿ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਹੈ। ਆਪ ਆਖਦੇ ਹੋ ਪਾਸਵਾਨ ਸਾਹਿਬ, ਇਸ ਦਾ ਉਸ ਮੁਕਾਬਲੇ ਦੇ ਨਾਲ ਕੀ ਲੈਣ ਦੇਣ ਹੈ? ਜੀ ਹਾਂ, ਮੈਂ ਆਪ ਨੂੰ ਦੱਸ ਦੇਵਾਂ, ਇਸ ਤਰ੍ਹਾਂ ਦੇ ਇੱਕ ਜੀਵਨ ਤੋਂ ਬਗੈਰ ਜੋ ਮਸੀਹ ਹੈ ਉਹ ਸ਼ੈਤਾਨ ਦੇ ਦੋਸ਼ਾਂ ਦੇ ਵਿਰੁੱਧ ਕੋਈ ਵੀ ਆਪਣਾ ਬਚਾਓ ਪੱਖ ਨਹੀਂ ਰੱਖਦਾ। ਆਪ ਮਰ ਚੁੱਕੇ ਹੋ ਜੇਕਰ ਆਪ ਧਰਮੀ ਜੀਵਨ ਨਹੀਂ ਜਿਉਂਦੇ, ਤਦ ਆਪ ਕੋਲ ਮੁਕਤੀ ਦੀ ਕੋਈ ਨਿਸ਼ਚਿੰਤਾ ਨਹੀਂ ਹੈ। ਸ਼ੈਤਾਨ ਆਵੇਗਾ ਅਤੇ ਆਪ ਨੂੰ ਉਹ ਸ਼ੱਕ ਕਰਨ ਵਿੱਚ ਲਗਾ ਦੇਵੇਗਾ ਕਿ ਆਪ ਇੱਕ ਮਸੀਹੀ ਹੋ ਜਾਂ ਨਹੀਂ। ਆਪ ਕੋਲ ਉਸ ਉੱਤੇ ਹਮਲਾ ਕਰਨ ਦੀ ਕੋਈ ਸ਼ਕਤੀ ਨਹੀਂ ਹੈ। ਆਪ ਦੇ ਬੁੱਲਾਂ ਦੀ ਗਵਾਹੀ ਉਹਨਾਂ ਲੋਕਾਂ ਦੀ ਤਰ੍ਹਾਂ ਪ੍ਰਭਾਵੀ ਹੋਵੇਗੀ ਜਿਸ ਤਰ੍ਹਾਂ ਕਿ ਕੈਨੇਡੀ ਦੇ ਸਰਵੇਖਣ ਵਿੱਚ ਦੱਸਿਆ ਗਿਆ ਹੈ। ਆਪ ਇਸ ਕਰਕੇ ਗਵਾਹੀ ਨਹੀਂ ਦਿੰਦੇ ਕਿਉਂਕਿ ਆਪ ਸੋਚੋਗੇ ਕਿ ਮੈਂ ਉਹਨਾਂ ਨੂੰ ਕਿਵੇਂ ਦੱਸ ਸਕਦਾ ਹਾਂ ਕਿ ਮਸੀਹ ਨੇ ਮੇਰੇ ਲਈ ਕੀ ਕੀਤਾ ਹੈ, ਜਦੋਂ ਮੇਰਾ ਜੀਵਨ ਉਹਨਾਂ ਦੇ ਜੀਵਨਾਂ ਤੋਂ ਕੋਈ ਭਿੰਨ ਨਹੀਂ ਹੈ। ਆਪ ਦੀ ਗਲੀ ਵਿੱਚ ਆਪ ਦਾ ਗੁਆਂਢੀ ਮਸੀਹ ਨੂੰ ਨਹੀਂ ਚਾਹੇਗਾ ਕਿਉਂਕਿ ਉਹ ਆਪ ਵਿੱਚ ਉਸ ਨੂੰ ਨਹੀਂ ਵੇਖ ਰਿਹਾ ਜੋ ਆਪ ਆਖਦੇ ਹੋ, ਜੋ ਆਪ ਕੋਲ ਮਸੀਹ ਵਿੱਚ ਹੈ। ਆਪ ਦੇ ਆਤਮਿਕ ਜੀਵਨ ਵਿੱਚ ਕੋਈ ਸ਼ਕਤੀ ਆਪ ਨਹੀਂ ਰੱਖਦੇ ਹੋ ਜੇਕਰ ਆਪ ਉਸ ਬਾੜ ਦੇ ਉੱਤੇ ਜਿਉਣ ਨੂੰ ਨਹੀਂ ਪਾਉਂਦੇ ਹੋ ਜਿੱਥੇ ਕਿ ਬਹੁਤ ਸਾਰੇ ਮਸੀਹੀ ਹਨ। ਉਹ ਕਾਰਨ ਜਿਸ ਕਰਕੇ ਅਸੀਂ ਯੁੱਧ ਨੂੰ ਤਾੜ ਰਹੇ ਹਾਂ ਉਹ ਇਹ ਹੈ ਕਿ ਅਸੀਂ ਇਸ ਵਿੱਚ ਸ਼ਾਮਲ ਹੋਣ ਦੇ ਕਦੇ ਵੀ ਐਲਾਨ ਨਹੀਂ ਕੀਤਾ ਹੈ ਕਿ ਇਸ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਮੁੜਾਂਗੇ। ਅਸੀਂ ਜਗਤ ਦੇ ਨਾਲ ਕਿੰਨੇ ਨਜ਼ਦੀਕ ਹੋਣ ਦੀ ਖੁਆਇਸ਼ ਰੱਖਦੇ ਹਾਂ। ਅਸੀਂ ਇਸ ਸੱਭਿਆਚਾਰ ਵਿੱਚ ਕਿੰਨੇ ਹੀ ਜ਼ਿਆਦਾ ਆਰਾਮ ਦੇ ਨਾਲ ਜਿਉਣ ਦੀ ਖੁਆਇਸ਼ ਰੱਖਦੇ ਹਾਂ। ਜਿੰਨਾ ਵੀ ਅਸੀਂ ਇਸ ਤਰ੍ਹਾਂ ਕਰ ਸਕੀਏ ਅਤੇ ਅਸੀਂ ਅਸਲ ਵਿੱਚ ਯੁੱਧ ਨੂੰ ਲੜਨ ਦੀ ਖੁਆਇਸ਼ ਨਹੀਂ ਰੱਖਦੇ। ਆਪ ਜਾਣਦੇ ਹੋ ਕਿ ਮੇਰੇ ਬਿਆਨ ਇਹ ਹੈ ਕਿ ਜੇਕਰ ਅਸੀਂ ਸੱਚਮੁੱਚ ਇਸ ਯੁੱਧ ਨੂੰ ਲੜਨ ਦੀ ਖੁਆਇਸ਼ ਨਹੀਂ ਰੱਖਦੇ ਤਦ ਸਾਨੂੰ ਉਸ ਵਕਤ ਕੋਈ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਏ ਜਦੋਂ ਅਸੀਂ ਯੁੱਧ ਨੂੰ ਹਾਰ ਜਾਂਦੇ ਹਾਂ। ਜੇਕਰ ਅਸੀਂ ਆਪਣੇ ਆਪ ਨੂੰ ਹੱਥ ਵਿੱਚ ਲੈਣ ਦੀ ਖੁਆਇਸ਼ ਨਹੀਂ ਰੱਖਦੇ ਅਤੇ ਸਰਬ ਸ਼ਕਤੀਮਾਨ ਪਰਮੇਸ਼ਰ ਦੇ ਹੱਥਾਂ ਵਿੱਚ ਧਰਮੀ ਹਥਿਆਰ ਦੇਣਾ ਆਰੰਭ ਕਰਦੇ ਹਾਂ ਤਦ ਸਾਨੂੰ
ਸਿਰ ਨੀਵੇਂ ਕਰਕੇ ਹੈਰਾਨ ਹੁੰਦਿਆਂ ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਕਿ ਇਹ ਸਭ ਇੰਨਾ ਜ਼ਿਆਦਾ ਹਰ ਕਿਉਂ ਹੈ। ਅਸੀਂ ਤਾਂ ਕਦੇ ਆਪਣੇ ਆਪ ਨੂੰ ਇਸ ਯੁੱਧ ਵਿੱਚ ਸ਼ਾਮਲ ਹੀ ਨਹੀਂ ਕੀਤਾ। ਹੁਣ ਆਪ ਆਖਦੇ ਹੋ, ਅਸੀਂ ਕਿਸ ਤਰ੍ਹਾਂ ਦੇ ਜੀਵਨ ਬਾਰੇ ਗੱਲ ਕਰ ਰਹੇ ਹਾਂ? ਕਿਸ ਤਰ੍ਹਾਂ ਦੇ ਜੀਵਨ ਸ਼ੈਲੀ ਦੀ? ਇਹ ਤਾਂ ਅਸੰਭਵ ਜਾਪਦਾ ਹੈ। ਜੀ ਹਾਂ, ਸਰੀਰ ਵਿੱਚ ਹੋ ਕੇ ਇਹ ਅਸੰਭਵ ਹੈ। ਆਪ ਜਾਣਦੇ ਹੋ, ਜੇਕਰ ਆਪ ਇਸ ਨੂੰ ਕਰਨ ਦੀ ਕੋਸ਼ਿਸ਼ ਕਰੋ, ਅਤੇ ਮੈਂ ਆਪ ਨੂੰ ਇੱਕ ਦੋ ਦੱਸਣ ਜਾ ਰਿਹਾ ਹਾਂ। ਕੁਝ ਹੀ ਪਲਾਂ ਦੇ ਵਿੱਚ, ਜੇਕਰ ਆਪ ਮੇਰੀ ਗੱਲ ਸੁਣ ਰਹੇ ਹੋ, ਮੇਰੀ ਖੁਆਇਸ਼ ਹੈ ਕਿ ਆਪ ਆਪਣੀਆਂ ਬਾਈਬਲਾਂ ਵਿੱਚੋਂ ਦੂਸਰਾ ਕਰੰਥੀਆਂ ਦੀ ਪੱਤਰੀ 6 ਅਧਿਆਇ ਨੂੰ ਕੱਢੋ। ਦੂਸਰਾ ਕਰੰਥੀਆਂ ਦੀ ਪੱਤਰੀ 6 ਅਧਿਆਇ ਤੋਂ 3 ਵਚਨ ਤੋਂ ਲੈ ਕੇ 10 ਐਤਾਂ ਪੌਲੁਸ ਇੱਥੇ ਕਰੰਥੀਆਂ ਵਿਖੇ ਪਾਈ ਜਾਣ ਵਾਲੀ ਕਲੀਸਿਆ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰ ਰਿਹਾ ਹੈ। ਉਹ ਇੱਕ ਜੀਵਨ ਸ਼ੈਲੀ ਦਾ ਵਰਣਨ ਕਰ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਆਪ ਕੁਝ ਨੀਵੇਂ ਹੋਵੋ ਇਸ ਤੋਂ ਪਹਿਲਾਂ ਕਿ ਅਸੀਂ ਤੀਸਰੀ ਐਤ ਨੂੰ ਪੜ੍ਹੀਏ ਅਤੇ ਗੌਰ ਕਰੋ। ਅਸਲ ਸ਼ਬਦ ਜੋ ਸ਼ਸਤਰ ਇੱਥੇ ਇਸਤੇਮਾਲ ਕੀਤਾ ਗਿਆ ਹੈ, ਇੱਥੇ ਦੂਸਰੇ ਕਰੰਥੀਆਂ ਦੀ ਪੱਤਰੀ 6 ਅਧਿਆਇ 7 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ। ਸਚਾਈ ਦੇ ਵਚਨ ਤੋਂ, ਪਰਮੇਸ਼ਰ ਦੀ ਸਾਮਰਥ ਤੋਂ, ਧਰਮ ਦੀਆਂ ਸ਼ਾਸਤਰਾਂ ਨਾਲ ਜਿਹੜੇ ਸੱਜੇ ਖੱਬੇ ਹਨ। ਧਾਰਮਿਕਤਾ ਦੇ ਸ਼ਾਸਤਰਾਂ ਦੁਆਰਾ ਇਸ ਵਚਨ ਦੇ ਭਾਗ ਨੂੰ ਸਮਝਣ ਦੀ ਕੁੰਜੀ ਦੀ ਤਰ੍ਹਾਂ ਹੀ ਹੈ। ਇੱਥੇ ਇਹ ਦੱਸਿਆ ਗਿਆ ਹੈ ਕਿ ਧਰਮ ਦੇ ਸ਼ਸਤਰ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ, ਜਦੋਂ ਕਿ ਇਹ ਇੱਕ ਵਿਸ਼ਵਾਸੀ ਦੇ ਦੁਆਰਾ ਵਿਵਹਾਰਿਕ ਤੌਰ ਤੇ ਪਹਿਨਿਆ ਜਾਂਦਾ ਹੈ। ਹੁਣ ਇੱਕ ਵਰਣਨ ਦੀ ਗੱਲ ਸੁਣੋ। ਇੱਥੇ ਦੂਸਰਾ ਕਰੰਥੀਆਂ ਦੀ ਪੱਤਰੀ 6 ਅਧਿਆਇ ਉਸ ਦੀ 7 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ। ਸਚਾਈ ਦੇ ਵਚਨ ਤੋਂ, ਪਰਮੇਸ਼ਰ ਦੀ ਸਾਮਰਥ ਤੋਂ, ਧਰਮ ਦੀਆਂ ਸ਼ਸਤਰਾਂ ਨਾਲ ਜਿਹੜੇ ਸੱਜੇ ਖੱਬੇ ਹਨ। ਇਹ ਇੱਕ ਬਹੁਤ ਹੀ ਮਹੱਤਵਪੂਰਨ ਨਿਯਮ ਸਾਨੂੰ ਦੱਸਿਆ ਗਿਆ ਹੈ। ਮੈਂ ਇਸ ਬਾਰੇ ਇੱਕ ਸਮੁੱਚੀ ਲੜੀ ਦਾ ਪ੍ਰਚਾਰ ਕਰ ਸਕਦਾ ਹਾਂ। ਦੂਸਰਾ ਕਰੰਥੀਆਂ 6 ਅਧਿਆਇ 3 ਤੋਂ 10 ਐਤਾਂ ਦੇ ਵਚਨ। ਅਸੀਂ ਕਿਸੇ ਗੱਲ ਵਿੱਚ ਠੋਕਰ ਨਾ ਖਾਉਂਦੇ ਭਾਈ, ਕਿਤੇ ਇਸ ਸੇਵਕਾਈ ਉੱਤੇ ਹਰਫ ਨਾ ਆਏ, ਪਰ ਜਿਵੇਂ ਪਰਮੇਸ਼ਰ ਦੇ ਸੇਵਕਾਂ ਦੇ ਯੋਗ ਹੈ, ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਸਾਨ ਦਿੰਦੇ ਹਾਂ, ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੋੜਾਂ ਤੋਂ, ਤੰਗੀਆਂ ਤੋਂ, ਕਰੋੜਿਆਂ ਖਾਣ ਤੋਂ, ਕੈਦ ਤੋਂ, ਘਮਸਾਨ ਤੋਂ, ਮਿਹਨਤਾਂ ਤੋਂ, ਉਣਿੰਦਿਆਂ ਤੋਂ, ਫਾਕਿਆਂ ਤੋਂ, ਨਿਰਮਲਤਾਈਆਂ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟਾ ਪ੍ਰੇਮ ਤੋਂ, ਸਚਾਈ ਦੇ ਵਚਨ ਤੋਂ, ਪਰਮੇਸ਼ਰ ਦੀ ਸਾਮਰਥ ਤੋਂ, ਧਰਮ ਦੀਆਂ ਸ਼ਾਸਤਰਾਂ ਨਾਲ ਜਿਹੜੇ ਸੱਜੇ ਖੱਬੇ ਹਨ। ਪਰ ਅਤੇ ਬੇਨਤੀ ਨਾਲ, ਅਪਜਸ ਅਤੇ ਜਸ ਨਾਲ, ਛਲਿਆ ਜਹੇ ਪਰ ਸੱਚੇ ਹਾਂ, ਅਣਜਾਇਆ ਜਹੇ ਪਰ ਉਜਾਗਰ ਹਾਂ, ਮਰਨਾਊ ਜਹੇ ਪਰ ਵੇਖੋ ਜਿਉਣ ਹਾਂ, ਤਾੜੇ ਜਾਂਦੇ ਹਾਂ ਜਿਹੇ ਪਰ ਜਾਨੂ ਨਹੀਂ ਮਾਰੇ ਜਾਂਦੇ, ਉਦਾਸ ਜਹੇ ਪਰ ਮੰਦਾ ਆਨੰਦ ਕਰਦੇ ਹਾਂ, ਨਿਰਧਨਾ ਜਹੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਪੱਲਿਓਂ ਸੁਖਣਿਆਂ ਜਹੇ ਪਰ ਸਭਈ ਕੁਝ ਦੇ ਮਾਲਿਕ ਹਾਂ। ਪਲੂਸ ਆਖ ਰਿਹਾ ਹੈ ਕਿ ਉਹ ਮਸੀਹ ਜਿਸ ਨੇ ਧਰਮ ਦੀ ਸੰਜੋ ਨੂੰ ਪਹਿਨ ਲਿਆ ਹੈ, ਇਹ ਉਹੀ ਹੈ, ਉਹ ਉਸੇ ਵਰਗਾ ਹੈ, ਅਤੇ ਮੈਂ ਬਸ ਜੀਵਨ ਦੇ ਵਿੱਚੋਂ ਗੁਜ਼ਰਦਾ ਹਾਂ ਅਤੇ ਕੋਈ ਫਰਕ ਨਹੀਂ ਪੈਂਦਾ ਕੀ ਬੀਤਦਾ ਹੈ। ਉਹ ਹਰ ਸਥਿਤੀ ਦੇ ਵਿੱਚ ਪਰਮੇਸ਼ਰ ਦੇ ਪ੍ਰਸਤ ਪਾਇਆ ਜਾਂਦਾ ਹੈ। ਤਣਾਅ ਦੇ ਸਮਿਆਂ ਵਿੱਚ ਉਹ ਇਸੇ ਤਰ੍ਹਾਂ ਦਾ ਹੈ, ਆਨੰਦ ਦੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਦਾ ਹੈ। ਆਨੰਦ ਕਰਦਿਆਂ, ਸੋਗ ਕਰਦਿਆਂ, ਬਹੁਤਿਆਂ ਵਿੱਚ ਕਮੀ ਵਿੱਚ ਇੱਕ ਇਸ ਤਰ੍ਹਾਂ ਦਾ ਗੁਣ ਪਾਇਆ ਜਾਂਦਾ ਹੈ ਕਿ ਇਹ ਉਸ ਵਿਅਕਤੀ ਦੇ ਜੀਵਨ ਵਿੱਚ ਪਾਇਆ ਜਾਂਦਾ ਹੈ, ਜਿਸ ਨੂੰ ਆਪ ਸਮਝ ਸਕਦੇ ਹੋ, ਕਿਉਂਕਿ ਆਪ ਇਸ ਨੂੰ ਹਾਲਾਤਾਂ ਦੇ ਵਿਚਕਾਰ ਪਾਉਂਦੇ ਹੋ, ਅਤੇ ਉਹ ਜਗਤ ਦੇ ਢਾਂਚੇ ਦੇ ਵਿੱਚ ਨਹੀਂ ਢਾਲਿਆ ਜਾਂਦਾ, ਬਲਕਿ ਉਹ ਤਾਂ ਜਗਤ ਤੋਂ ਅਲੱਗ ਖੜਾ ਰਹਿੰਦਾ ਹੈ। ਉਸ ਵਿਅਕਤੀ ਦੇ ਵਿੱਚ ਕੁਝ ਬਹੁਤ ਹੀ ਆਕਰਸ਼ਕ ਮੌਜੂਦ ਹੈ, ਅਤੇ ਜਦੋਂ ਉਹ ਬੋਲਦਾ ਹੈ ਆਪ ਸੁਣਦੇ ਹੋ, ਕਿਉਂਕਿ ਆਪ ਜਾਣਦੇ ਹੋ ਕਿ ਉਸ ਦੇ ਜੀਵਨ ਵਿੱਚ ਇੱਕ ਭਿੰਨ ਗੁਣ ਪਾਇਆ ਜਾਂਦਾ ਹੈ। ਉਸ ਵਿਅਕਤੀ ਦੇ ਜੀਵਨ ਵਿੱਚ ਉਸ ਨੇ ਇੱਕ ਸ਼ਕਤੀ ਪਾਈ ਹੋਈ ਹੈ, ਅਤੇ ਉਸ ਦੀ ਗਵਾਹੀ ਵਿੱਚ ਅਤੇ ਉਸ ਦੇ ਮੁਕਾਬਲੇ ਵਿੱਚ ਇਹੋ ਹੀ ਭਿੰਨਤਾ ਹੈ। ਜੇਕਰ ਅਸੀਂ ਧਾਰਮਿਕਤਾ ਦਾ ਜੀਵਨ ਨਹੀਂ ਜੀ ਰਹੇ ਹਾਂ, ਤਦ ਅਸੀਂ ਸ਼ੈਤਾਨ ਦਾ ਬੜੀ ਆਸਾਨੀ ਨਾਲ ਨਿਸ਼ਾਨਾ ਬਣ ਜਾਂਦੇ ਹਾਂ। ਮੈਂ ਇਸੇ ਰਾਹ ਚੱਲ ਚੁੱਕਾ ਹਾਂ। ਮੈਂ ਪੂਰੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਕੀ ਗੱਲ ਕਰ ਰਿਹਾ ਹਾਂ। ਮੈਂ ਆਪ ਨੂੰ ਕਿਸੇ ਚੀਜ਼ ਦੇ ਬਾਰੇ ਆਪ ਨਾਲ ਗੱਲ ਨਹੀਂ ਕਰ ਰਿਹਾ ਜਿਸ ਦਾ ਮੈਂ ਅਨੁਭਵ ਕੀਤਾ ਹੋਵੇ। ਆਪ ਆਪਣੇ ਜੀਵਨ ਦੇ ਵਿੱਚ ਕੁਝ ਪਾਪ ਨੂੰ ਬਣਾਈ ਰੱਖੋ, ਅਤੇ ਆਪ ਆਪਣੇ ਜੀਵਨ ਦੇ ਵਿੱਚ ਕੁਝ ਬਿਨਾਂ ਇਰਾਦੇ ਬਣਾਇਆ ਆਪਣੇ ਜੀਵਨ ਦੇ ਵਿੱਚ ਬਣਾਈ ਰੱਖੋ, ਜਿਸ ਦਾ ਆਪ ਨੂੰ ਫੈਸਲਾ ਕਰਨ ਦੀ ਲੋੜ ਹੈ, ਅਤੇ ਆਪ ਪਰਮੇਸ਼ਰ ਦੇ ਨਾਲ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੋ, ਅਤੇ ਆਪ ਇਸ ਤਰ੍ਹਾਂ ਇਸ ਨੂੰ ਨਹੀਂ ਕਰ ਸਕਦੇ। ਆਪ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇਕਰ ਆਪ ਵਿੱਚ ਕੁਝ ਇਹੋ ਜਿਹਾ ਗਲਤ ਪਾਇਆ ਜਾਂਦਾ ਹੈ ਜਿਸ ਨੂੰ ਠੀਕ ਠਾਕ ਨਹੀਂ ਕੀਤਾ ਜਾ ਸਕਦਾ। ਇੱਕ ਦਿਨ ਮੈਂ ਆਪਣੀ ਪਤਨੀ ਨੂੰ ਆਖਿਆ, ਮੈਂ ਕਿਹਾ, ਤੈਨੂੰ ਪਤਾ ਹੈ
ਕਿ ਇੱਕ ਪਾਸਵਾਨ ਹੋਣਾ ਬਹੁਤ ਹੀ ਉਚਿਤ ਹੈ। ਉਹ ਕਹਿਣ ਲੱਗੀ, ਭਲਾ ਇਸ ਤੋਂ ਕੀ ਭਾਵ ਹੈ? ਤੂੰ ਜਾਣਦੀ ਹੈ ਕਿ ਹਰ ਵਾਰ ਜਦੋਂ ਵੀ ਮੈਨੂੰ ਤੇਰੇ ਨਾਲ ਥੋੜੀ ਜਿਹੀ ਅਸਹਿਮਤੀ ਹੁੰਦੀ ਹੈ ਅਤੇ ਜਦੋਂ ਕਿਸੇ ਹੋਰ ਨਾਲ ਵੀ ਮੈਂ ਕੋਈ ਸਮੱਸਿਆ ਪਾਉਂਦਾ ਹਾਂ, ਮੈਨੂੰ ਕੰਮ ਨੂੰ ਜਾਣਾ ਪੈਂਦਾ ਹੈ ਅਤੇ ਆਪਣੀ ਬਾਈਬਲ ਖੋਲਣੀ ਪੈਂਦੀ ਹੈ ਅਤੇ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨਾ ਆਰੰਭ ਕਰਨਾ ਪੈਂਦਾ ਹੈ। ਅਤੇ ਇਸ ਤੋਂ ਪਹਿਲਾਂ ਕਿ ਮੈਂ 4 ਜਾਂ 5 ਮਿੰਟ ਇਸ ਦੇ ਵਿੱਚ ਲੱਗਾ, ਪ੍ਰਭੂ ਮੇਰੇ ਦਿਲ ਦੇ ਨਾਲ ਗੱਲ ਕਰਦਿਆਂ ਆਖਦਾ ਹੈ, ਜ਼ਰਮੀਆ, ਤੈਨੂੰ ਉਹ ਸਭ ਠੀਕ ਠਾਕ ਕਰਨ ਦੀ ਲੋੜ ਹੈ। ਇੱਥੇ ਬੈਠ ਕੇ ਬਾਈਬਲ ਪੜ੍ਹਦਿਆਂ ਤੂੰ ਕੀ ਕਰ ਰਿਹਾ ਹੈ? ਜਾ ਅਤੇ ਇਸ ਨੂੰ ਪਹਿਲਾਂ ਠੀਕ ਠਾਕ ਕਰ। ਅਸੀਂ ਨਹੀਂ ਜਾਣਦੇ, ਅਸੀਂ ਆਪਣੇ ਘਰ ਵਿੱਚ ਜ਼ਿਆਦਾ ਲੰਬੇ ਝਗੜੇ ਨਹੀਂ ਕਰਦੇ, ਬਿਲਕੁਲ ਨਹੀਂ। ਉਹ ਬਿਲਕੁਲ ਵੀ ਲੰਬੇ ਸਮੇਂ ਲਈ ਨਹੀਂ ਹੁੰਦੇ। ਜੇਕਰ ਸਾਡੇ ਵਿੱਚ ਕੁਝ ਅਸਹਿਮੀਅਤ ਹੋਣ ਤਦ ਉਹ ਥੋੜੇ ਸਮੇਂ ਲਈ ਹੀ ਹੁੰਦੀਆਂ ਹਨ ਅਤੇ ਅਸੀਂ ਉਹਨਾਂ ਨੂੰ ਠੀਕ ਠਾਕ ਕਰ ਲੈਂਦੇ ਹਾਂ। ਮਸੀਹ ਜੀਵਨ ਵਿੱਚ ਆਪ ਗੌਰ ਕਰੋ ਕਿ ਇੱਕ ਸ਼ਕਤੀ ਨਹੀਂ ਹੁੰਦੀ ਜੇਕਰ ਇਸ ਨੂੰ ਧਾਰਮਿਕਤਾ ਵਿੱਚ ਹੋ ਕੇ ਨਾ ਲਿਆ ਜਾਵੇ। ਆਪ ਗਵਾਹੀ ਨਹੀਂ ਦੇ ਸਕਦੇ, ਆਪ ਪ੍ਰਤਿਆਵੇ ਉੱਤੇ ਫਤਿਹ ਨਹੀਂ ਪਾ ਸਕਦੇ, ਕਿਉਂਕਿ ਹਰੇਕ ਵਾਰ ਜਦੋਂ ਵੀ ਆਪ ਬੈਰੀ ਦੇ ਨਾਲ ਯੁੱਧ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਤੁਹਾਡੇ ਮਨ ਦੇ ਵਿੱਚ ਉਸ ਆਪ ਦੇ ਜੀਵਨ ਵਿੱਚ ਧੱਬੇ ਨੂੰ ਲੈ ਆਉਂਦਾ ਹੈ ਅਤੇ ਉਹ ਇਸ ਉੱਤੇ ਤੁਹਾਡਾ ਧਿਆਨ ਕੇਂਦਰਿਤ ਕਰਦਾ ਹੈ, ਕਿਉਂਕਿ ਉਹ ਤੁਹਾਡੀਆਂ ਜ਼ਰੂਰਤਾਂ ਤੋਂ ਅਣਜਾਣ ਨਹੀਂ ਹੈ ਅਤੇ ਤੁਹਾਡੀਆਂ ਵਿਉਂਤਾਂ ਤੋਂ ਵੀ, ਅਤੇ ਉਹ ਠੀਕ ਕਮਜ਼ੋਰੀ ਦੇ ਲਈ ਅੱਗੇ ਵੱਧਦਾ ਹੈ। ਅਤੇ ਆਪ ਤਾਂ ਬਸ ਅਸੁਰੱਖਿਅਤ ਹੋ ਜਾਂਦੇ ਹੋ ਕਿ ਆਪ ਸਮਝਦੇ ਹੋ ਕਿ ਮੇਰੇ ਇਸ ਤੋਂ ਕੀ ਭਾਵ ਹੈ? ਇਹ ਤਾਂ ਕਿਸੇ ਯੁੱਧ ਵਿੱਚ ਬਿਨਾਂ ਕਿਸੇ ਸ਼ਸਤਰ ਦੇ ਜਾਣ ਦੀ ਤਰ੍ਹਾਂ ਹੀ ਹੈ, ਕਿਉਂਕਿ ਇਹ ਠੀਕ ਇਸੇ ਤਰ੍ਹਾਂ ਹੀ ਹੈ। ਜਦੋਂ ਆਪ ਧਰਮ ਦੀ ਸੰਜੋ ਨੂੰ ਪਹਿਨਦੇ ਹੋ, ਤਦ ਆਪ ਸਿਰਫ ਮਸੀਹ ਦੀ ਧਾਰਮਿਕਤਾ ਵਿੱਚ ਨਹੀਂ ਖੜੇ ਹੁੰਦੇ, ਬਲਕਿ ਆਪ ਤਾਂ ਵਿਵਹਾਰਿਕ ਤੌਰ ਤੇ ਇੱਕ ਧਰਮੀ ਮਨੁੱਖ ਵਜੋਂ ਖੜੇ ਹੁੰਦੇ ਹੋ, ਕਿਉਂਕਿ ਆਪ ਇੱਕ ਧਰਮੀ ਜੀਵਨ ਬਤੀਤ ਕਰ ਰਹੇ ਹੋ। ਡਾਕਟਰ ਚਾਰਲਸ ਨੇ ਇੱਕ ਵਾਰ ਇਸ ਤਰ੍ਹਾਂ ਲਿਖਿਆ ਸੀ, ਉਸਨੇ ਆਖਿਆ, ਉਹ ਜੋ ਆਪਣੇ ਆਪ ਨੂੰ ਇਸ ਪਵਿੱਤਰ ਇੱਛਾ ਦੇ ਪ੍ਰਤੀ ਵਫਾਦਾਰੀ ਦੇ ਇਰਾਦੇ ਨਾਲ ਬੰਨ੍ਹ ਲੈਂਦਾ ਹੈ ਅਤੇ ਪਰਮੇਸ਼ਰ ਦੀ ਵਿਵਸਥਾ ਦੇ ਨਾਲ ਉਹ ਪਰਮਾਉ ਬੇਲੇ ਦੇ ਘਾਤਕ ਹਮਲਿਆਂ ਦੇ ਵਿਰੁੱਧ ਸੁਰੱਖਿਅਤ ਰਹਿੰਦਾ ਹੈ। ਹੁਣ ਇਸ ਨੂੰ ਧਿਆਨ ਨਾਲ ਸੁਣੋ। ਇੱਕ ਮਨੁੱਖ ਜੋ ਕਿ ਇੱਕ ਗਲਤ ਸਥਿਤੀ ਦੇ ਵਿੱਚ ਖੜੇ ਹੋਣ ਤੋਂ ਚੇਤਨ ਹੁੰਦਾ ਹੈ, ਉਹ ਅਕਸਰ ਇੱਕ ਡਰਪੋਕ ਹੁੰਦਾ ਹੈ। ਇੱਕ ਮਨੁੱਖ ਜੋ ਜਾਣਦਾ ਹੈ ਕਿ ਉਹ ਠੀਕ ਹੈ, ਉਹ ਇੱਕ ਵੱਡੀ ਭੀੜ ਦਾ ਸਾਹਮਣਾ ਕਰ ਸਕਦਾ ਹੈ ਅਤੇ ਉਹ ਮੁਕਾਬਲੇ ਵਿੱਚ ਬਿਨਾਂ ਕਿਸੇ ਡਰ ਤੋਂ ਪ੍ਰਵੇਸ਼ ਕਰਦਾ ਹੈ। ਇਸ ਨੂੰ ਜਾਣਨ ਵਰਗੀ ਹੋਰ ਕੋਈ ਚੀਜ਼ ਨਹੀਂ ਕਿ ਆਪ ਪਰਮੇਸ਼ਰ ਦੇ ਨਾਲ ਠੀਕ ਠਾਕ ਹੋ, ਜੋ ਕਿ ਆਪ ਨੂੰ ਯੁੱਧ ਵਿੱਚ ਸਾਮਰਥ ਬਖਸ਼ਦਾ ਹੈ। ਇਸ ਤਰ੍ਹਾਂ ਆਪ ਆਖਦੇ ਹੋ, ਮੈਂ ਧਰਮ ਦੀ ਸੰਜੋ ਨੂੰ ਕਿਵੇਂ ਪਹਿਨਦਾ ਹਾਂ? ਜੀ ਹਾਂ, ਕਦੇ ਕਦੇ ਇਸ ਵਾਸਤੇ ਥੋੜਾ ਜਿਹਾ ਸਮੇਂ ਨਿਰਪਣ ਕਰਨਾ ਪੈਂਦਾ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੈ। 3 ਨੰਬਰ, ਧਰਮ ਦੀ ਸੰਜੋ ਕਲਪਨਾਇਕ ਧਰਮ ਦਾ ਚਿੰਨ੍ਹ। ਮੈਂ ਆਪ ਨੂੰ ਤੀਸਰਾ ਚਿੰਨ੍ਹ ਜਲਦੀ ਜਲਦੀ ਦੱਸ ਦੇਵਾਂ, ਮੈਂ ਇਸ ਤੋਂ ਅੱਗੇ ਜਾਣ ਵਾਲਾ ਹਾਂ। ਗੌਰ ਕਰੋ, ਇਫਸੀਆਂ ਦੀ ਪੱਤਰੀ 4 ਅਧਿਆਏ ਦੇ ਵਚਨਾਂ ਵਿੱਚ ਇਸ ਤਰ੍ਹਾਂ ਨਹੀਂ ਆਖਿਆ ਗਿਆ ਕਿ ਇਸ ਨੂੰ ਮੁੱਖ ਤਰੇਤ ਪਹਿਨ ਲਓ। ਇਹ ਆਖਦਾ ਹੈ ਕਿ ਧਰਮ ਦੀ ਸੰਜੋ ਆਪਣੇ ਕੋਲ ਰੱਖ ਲਓ। ਇਹ ਇੱਕ ਬਹੁਤ ਹੀ ਰੋਚਕ ਸ਼ਬਦ ਦੀ ਤਬਦੀਲੀ ਲਈ ਹੈ। ਧਰਮ ਦੀ ਸੰਜੋ ਨੂੰ ਪਹਿਨਣਾ, ਜਿਸ ਦਾ ਅਰਥ ਹੁੰਦਾ ਹੈ ਕਿ ਇਹ ਤਾਂ ਇੱਕੋ ਹੀ ਵਾਰ ਪ੍ਰਾਪਤ ਕਰਨ ਵਾਲੀ ਚੀਜ਼ ਨਹੀਂ ਹੈ। ਇਹ ਕੁਝ ਇਸ ਤਰ੍ਹਾਂ ਦਾ ਨਹੀਂ ਹੈ ਜੋ ਅਸੀਂ ਕਰਦੇ ਹਾਂ ਅਤੇ ਇਹ ਉਹ ਹੋ ਜਾਂਦਾ ਹੈ। ਇਹ ਤਾਂ ਇੱਕ ਨਿਰੰਤਰ ਕੰਮ ਹੈ ਜਿਸ ਨੂੰ ਅਸੀਂ ਲਗਾਤਾਰ ਧਰਮ ਦੀ ਸੰਜੋ ਕਰਕੇ ਪਹਿਨਦੇ ਹਾਂ। ਧਾਰਮਿਕਤਾ ਇਸ ਹਫ਼ਤੇ ਦੇ ਵਿੱਚ ਇੱਕ ਦਿਨ ਦਾ ਆਰਾਮ ਜਾਂ ਐਸ਼ ਨਹੀਂ, ਬਲਕਿ ਇਹ ਤਾਂ ਮੁੱਖ ਤੌਰ ਤੇ ਇੱਕ ਹਫ਼ਤੇ ਦੇ 7 ਦਿਨਾਂ ਦਾ ਕਾਰਜ ਹੈ। ਇਹ ਕੁਝ ਅਜਿਹਾ ਨਹੀਂ ਜਿਸ ਦਾ ਵਿਖਾਵਾ ਅਸੀਂ ਬੜੇ ਨਮਰ ਹੋ ਕੇ ਹਫ਼ਤੇ ਦੇ ਪਹਿਲੇ ਦਿਨ ਕਰਦੇ ਹਾਂ। ਇਹ ਤਾਂ ਕੁਝ ਅਜਿਹਾ ਹੈ ਜਿਸ ਨੂੰ ਜ਼ਰੂਰੀ ਕਰਨਾ ਅਸੀਂ ਹਫ਼ਤੇ ਦੇ ਹਰੇਕ ਦਿਨ ਜੀਵੀਏ, ਜੇਕਰ ਇਹ ਯੁੱਧ ਦੇ ਵਿੱਚ ਕਾਰਜਸ਼ੀਲ ਹੋਣ ਜਾ ਰਿਹਾ ਹੈ। ਇਸ ਤਰ੍ਹਾਂ ਇਹ ਸੰਜੋ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਇਹ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਇਹ ਕਲਪਨਾਇਕ ਧਾਰਮਿਕਤਾ ਦਾ ਚਿੰਨ੍ਹ ਹੈ। ਅਤੇ ਫਿਰ ਆਖਰ ਵਿੱਚ, ਲੇਕਿਨ ਕਿਸੇ ਲਿਹਾਜ਼ ਨਾਲ ਵੀ ਘੱਟ ਮਹੱਤਵਪੂਰਨ ਨਾ ਹੋ ਕੇ, ਇਹ ਧਰਮ ਦੀ ਸੰਜੋ ਨਿਯਤਮ ਧਾਰਮਿਕਤਾ ਦਾ ਚਿੰਨ੍ਹ ਹੈ। ਚੌਥਾ ਨੰਬਰ, ਧਾਰਮਿਕਤਾ ਦੀ ਸੰਜੋ ਨਿਯੰਤਰਿਤ ਧਾਰਮਿਕਤਾ ਦਾ ਚਿੰਨ੍ਹ ਹੈ। ਇੱਥੇ ਹੀ ਹੈ ਜਿੱਥੇ ਕਿ ਅਸੀਂ ਵਿਵਹਾਰਿਕ ਤੌਰ ਤੇ ਇਸ ਦੇ ਲਾਗੂ ਕਰਨ ਨੂੰ ਪਾਉਂਦੇ ਹਾਂ। ਮੈਂ ਨਹੀਂ, ਬਹੁਤ ਸਾਰੇ ਲੋਕ ਸੋਚਦੇ ਹਨ, ਮੈਂ ਧਰਮੀ ਕਿਵੇਂ ਬਣਦਾ ਹਾਂ? ਮਨੁੱਖੋ, ਮੈਂ ਕੋਸ਼ਿਸ਼ ਕਰਦਾ ਹਾਂ ਅਤੇ ਮੈਂ ਚੱਲਦਾ ਜਾਂਦਾ ਹਾਂ ਅਤੇ ਫਿਰ ਮੈਂ ਇਸ ਨੂੰ ਬਚਾਉਂਦਾ ਹਾਂ ਅਤੇ ਫਿਰ ਮੈਂ ਧਰਮੀ ਨਹੀਂ ਰਹਿ ਜਾਂਦਾ। ਜੀ ਹਾਂ, ਮੈਂ ਸੋਚਦਾ ਹਾਂ ਕਿ ਇਹ ਤਾਂ ਸਾਡੇ ਵਿੱਚੋਂ ਕਈਆਂ ਦਾ ਇੱਕ ਅਨੁਭਵ ਸ਼ਾਇਦ ਰਿਹਾ ਹੈ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਧੰਨਵਾਦ। ਸਾਨੂੰ ਖੁਸ਼ੀ ਹੈ ਕਿ ਤੁਸੀਂ
ਸਾਰੇ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਆਤਮਿਕ ਯੁੱਧ ਦੇ ਇਸ ਲੜੀਵਾਰ ਅਧਿਐਨ ਨੂੰ ਬੜੀ ਦਿਲਚਸਪੀ ਦੇ ਨਾਲ ਸਿੱਖ ਰਹੇ ਹੋ। ਆਤਮਿਕ ਯੁੱਧ ਦੀ ਸਿੱਖਿਆ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਇਸ ਦੇ ਜ਼ਰੀਏ ਅਸੀਂ ਆਤਮਿਕ ਯੁੱਧ ਵਿੱਚ ਨਾ ਸਿਰਫ ਸ਼ੈਤਾਨ ਦੇ ਖਿਲਾਫ ਖੜੇ ਹੋ ਸਕਦੇ ਹਾਂ, ਬਲਕਿ ਸ਼ੈਤਾਨ ਦੀਆਂ ਰਣਨੀਤੀਆਂ ਨੂੰ ਵੀ ਸਮਝ ਜਾਂਦੇ ਹਾਂ, ਜਿਸ ਦੇ ਕਰਕੇ ਅਸੀਂ ਬੜੇ ਹੌਸਲੇ ਨਾਲ ਸ਼ੈਤਾਨ ਦਾ ਸਾਹਮਣਾ ਕਰਕੇ ਉਸ ਨੂੰ ਹਰਾ ਦਿੰਦੇ ਹਾਂ ਅਤੇ ਉਸ ਦੇ ਜਲਦੇ ਹੋਏ ਤੀਰਾਂ ਨੂੰ, ਜਿਨ੍ਹਾਂ ਨੂੰ ਉਹ ਸਾਡੇ ਉੱਤੇ ਹਮਲਾ ਕਰਦੇ ਹੋਏ ਛੱਡਦਾ ਹੈ, ਬੁਝਾ ਸਕਦੇ ਹਾਂ। ਦੋਸਤੋ, ਅਸੀਂ ਧਰਮ ਦੀ ਸੰਜੋ ਦੇ ਬਾਰੇ ਗੌਰ ਕਰਦੇ ਹੋਏ ਸਿੱਖਿਆ ਕਿ ਇਹ ਮਸੀਹ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਜਦੋਂ ਅਸੀਂ ਧਰਮ ਦੀ ਸੰਜੋ ਨੂੰ ਪਹਿਨਦੇ ਹਾਂ ਤਾਂ ਅਸੀਂ ਮਸੀਹ ਦੀ ਧਾਰਮਿਕਤਾ ਦੁਆਰਾ ਸੁਰੱਖਿਅਤ ਕੀਤੇ ਜਾਂਦੇ ਹਾਂ। ਦੂਜੀ ਗੱਲ ਅਸੀਂ ਸਿੱਖੀ ਕਿ ਧਰਮ ਦੀ ਸੰਜੋ ਇੱਕ ਮਸੀਹੀ ਵਿਅਕਤੀ ਦੀ ਧਾਰਮਿਕਤਾ ਦਾ ਚਿੰਨ੍ਹ ਹੈ। ਇਹ ਸਿਰਫ ਪ੍ਰਭੂ ਯਿਸੂ ਮਸੀਹ ਦੀ ਧਾਰਮਿਕਤਾ ਦਾ ਹੀ ਚਿੰਨ੍ਹ ਨਹੀਂ ਹੈ, ਪਰ ਇਹ ਇੱਕ ਮਸੀਹੀ ਦੀ ਧਾਰਮਿਕਤਾ ਦਾ ਪ੍ਰਗਟਾਵਾ ਵੀ ਕਰਦਾ ਹੈ। ਇਹ ਸਾਡੇ ਲਈ ਇੱਕ ਮੁਬਾਰਕ ਸੱਚਾਈ ਹੈ ਕਿ ਮਸੀਹ ਸਾਡੀ ਧਾਰਮਿਕਤਾ ਹੈ। ਦੋਸਤੋ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਧਾਰਮਿਕਤਾ ਦਾ ਜੀਵਨ ਨਹੀਂ ਜੀ ਰਹੇ ਤਾਂ ਅਸੀਂ ਸ਼ੈਤਾਨ ਦਾ ਬੜੀ ਆਸਾਨੀ ਦੇ ਨਾਲ ਨਿਸ਼ਾਨਾ ਬਣ ਸਕਦੇ ਹਾਂ। ਅਸੀਂ ਧਰਮ ਦੀ ਸੰਜੋ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਗੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹਨਾਂ ਦਾ ਤੁਹਾਨੂੰ ਆਤਮਿਕ ਲਾਭ ਵੀ ਮਿਲ ਰਿਹਾ ਹੋਵੇਗਾ। ਤੁਸੀਂ ਆਪਣੇ ਆਤਮਿਕ ਜੀਵਨ ਦੇ ਹੋਰ ਜ਼ਿਆਦਾ ਪਰਿਪੱਕਤਾ ਨੂੰ ਮਹਿਸੂਸ ਕਰ ਰਹੇ ਹੋਵੋਗੇ। ਦੋਸਤੋ, ਹੁਣ ਸਮਾਂ ਹੈ ਪ੍ਰੋਗਰਾਮ ਦੀ ਸਮਾਪਤੀ ਦਾ। ਤੁਹਾਡੇ ਤੋਂ ਵਿਦਾ ਹੋਣ ਦਾ ਵੇਲਾ ਆ ਗਿਆ। ਸਾਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਧਾਰਮਿਕਤਾ ਦੀ ਸੰਜੋ ਬਾਰੇ ਹੀ ਗੱਲ ਕਰਾਂਗੇ ਅਤੇ ਇਹ ਵੇਖਾਂਗੇ ਕਿ ਧਾਰਮਿਕਤਾ ਦੀ ਸੰਜੋ ਕਿਵੇਂ ਨਿਯੰਤਰਿਤ ਧਾਰਮਿਕਤਾ ਦਾ ਚਿੰਨ੍ਹ ਹੈ। ਆਓ ਪ੍ਰਾਰਥਨਾ ਦੇ ਨਾਲ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਤੁਸੀਂ ਆਪਣੇ ਵਚਨ ਵਿੱਚੋਂ, ਬਾਈਬਲ ਦੇ ਵਿੱਚੋਂ ਸਾਨੂੰ ਪ੍ਰਭੂ ਜੀ ਇਸ ਗੱਲ ਨੂੰ ਸਿਖਾਇਆ ਕਿ ਅਸੀਂ ਜਿਹੜੇ ਲੋਕ ਸ਼ੈਤਾਨ ਦਾ ਸਾਹਮਣਾ ਕਰਨਾ ਚਾਹੁੰਦੇ ਹਨ, ਜਿਹੜੇ ਆਤਮਿਕ ਯੁੱਧ ਨੂੰ ਸਮਝਦੇ ਹਨ, ਉਹ ਧਾਰਮਿਕਤਾ ਦੀ ਸੰਜੋ ਨੂੰ ਲੈ ਲੈਣ। ਪਿਤਾ ਪਰਮੇਸ਼ਰ, ਤੁਹਾਡਾ ਵਚਨ ਬੋਲਦਾ ਹੈ, ਜਦ ਤੱਕ ਤੁਹਾਡੀ ਧਾਰਮਿਕਤਾ ਫੱਕੀ ਫਰੀਸੀਆਂ ਤੋਂ ਵੱਧ ਕੇ ਨਹੀਂ ਹੋਏਗੀ, ਤਦ ਤੱਕ ਤੁਸੀਂ ਸਵਰਗ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਪਿਤਾ ਪਰਮੇਸ਼ਵਰ, ਜਦੋਂ ਅਸੀਂ ਸੰਜੋ ਨੂੰ ਪਹਿਨ ਲੈਂਦੇ ਹਾਂ, ਧਾਰਮਿਕਤਾ ਦੀ ਸੰਜੋ ਨੂੰ ਧਾਰਨ ਕਰ ਲੈਂਦੇ ਹਾਂ, ਪਿਤਾ ਪਰਮੇਸ਼ਵਰ, ਅਸੀਂ ਤੁਹਾਨੂੰ ਪਹਿਨ ਲੈਂਦੇ ਹਾਂ, ਅਸੀਂ ਯਿਸੂ ਮਸੀਹ ਨੂੰ ਪਹਿਨ ਲੈਂਦੇ ਹਾਂ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਪਵਿੱਤਰ ਬਣਾਇਆ, ਜਿਹਨੇ ਸਾਨੂੰ ਧਰਮੀ ਬਣਾਇਆ। ਯਿਸੂ ਮਸੀਹ ਦੇ ਲਈ ਜਿਹਨੇ ਪ੍ਰਭੂ ਜੀ ਸਾਡੇ ਜੀਵਨ ਦੇ ਵਿੱਚ ਸਾਨੂੰ ਧਾਰਮਿਕਤਾ ਦੀ ਆਸ਼ੀਸ਼ ਬਖਸ਼ੀ। ਇਸ ਵਚਨ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦਿਓ। ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਦੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰੋ ਔਰ ਉਹਨਾਂ ਨੂੰ ਆਤਮਿਕ ਖੇਤਰ ਦੇ ਵਿੱਚ ਹੋਰ ਜ਼ਿਆਦਾ ਪਰਿਪੱਕ ਕਰੋ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।